ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਲਖੀਮਪੁਰ ਘਟਨਾ। ਸੁਪਰੀਮ ਕੋਰਟ ਨੇ ਮੰਗਿਆ ਜਵਾਬ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਲਖੀਮਪੁਰ ਖੀਰੀ ਦੇ ਵਿੱਚ ਜਿਹੜੀ ਮੰਦਭਾਗੀ ਘਟਨਾ ਵਾਪਰੀ ਸੀ ਉਸ ਨੂੰ ਅੱਜ 4 ਦਿਨ ਦਾ ਸਮਾਂ ਬੀਤ ਚੁੱਕਿਆ। ਹਲੇ ਤੱਕ ਪੁਲਿਸ ਵੱਲੋਂ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਪਰ ਅੱਜ ਸੁਪਰੀਮ ਕੋਰਟ ਦੇ ਵਿੱਚ ਲਖੀਮਪੁਰ ਘਟਨਾ ਨੂੰ ਲੈ ਕੇ ਸੁਣਵਾਈ ਹੋਈ ਹੈ ਤੇ ਸੁਪਰੀਮ ਕੋਰਟ ਨੇ ਜਿਹੜਾ ਯੂਪੀ ਸਰਕਾਰ ਤੋਂ ਜਵਾਬ ਮੰਗਿਆ, ਜਿਸ 'ਚ ਉਹਨਾਂ ਨੇ ਜਿਹੜੇ ਨਾਮਜ਼ਦ ਕੀਤੇ ਗਏ ਨੇ ਬੰਦੇ ਉਹਨਾਂ ਦੀ ਵੀ ਲਿਸਟ ਮੰਗੀ ਹੈ ਤੇ ਗ੍ਰਿਫਤਾਰ ਕੀਤੇ ਹੋਏ ਬੰਦਿਆਂ ਦੀ ਵੀ ਜਿਹੜੀ ਜਾਣਕਾਰੀ ਮੰਗੀ ਹੈ। ਅਸੀਂ ਜਾਣਨਾ ਚਾਹਾਂਗੇ ਹੋਰ ਸੁਪਰੀਮ ਕੋਰਟ ਦੀ ਅੱਜ ਦੀ ਸੁਣਵਾਈ ਕਿਸ ਤਰ੍ਹਾਂ ਦੀ ਰਹੀ ਹੈ, ਕਿਸ ਤਰ੍ਹਾਂ ਹੀ ਉੱਥੇ ਗੱਲਬਾਤ ਸਾਹਮਣੇ ਆਈ ਹੈ। ਅਸਲ ਦੇ ਵਿੱਚ ਇਹ 3 ਤਰੀਕ ਦੀ ਘਟਨਾ। 3 ਤਰੀਕ ਤੋਂ ਬਾਅਦ ਜਿਵੇਂ ਜਿਵੇਂ, ਕਿਉਂਕਿ ਪਹਿਲਾਂ ਇੰਟਰਨੈਟ ਬੰਦ ਸੀ, ਜਿਵੇਂ ਜਿਵੇਂ ਪਰਦਾ ਉੱਠ ਰਿਹਾ, ਜਿਵੇਂ ਜਿਵੇਂ ਨਵੀਆਂ ਵੀਡੀਓਜ਼ ਆ ਰਹੀਆਂ ਨੇ, ਉਹਦੇ ਤੋਂ ਹਾਲਤ ਹੋਰ ਕਲੀਅਰ ਹੋ ਰਹੀ ਹੈ ਕਿ ਇੱਕ ਸਧਾਰਨ ਘਟਨਾ ਨਹੀਂ ਹੈ। ਇਹ ਇੱਕ ਲੈਵਲ ਦਾ ਸੋਚੀ ਸਮਝੀ ਇੱਕ ਡਿਜ਼ਾਈਨ ਦਾ ਹਿੱਸਾ ਨਜ਼ਰ ਆ ਰਿਹਾ, ਕਿਉਂਕਿ ਉਹ ਦਿਖਾਈ ਖਾਸ ਤੌਰ 'ਤੇ ਉਹ ਜਿਹੜੀ ਵੀਡੀਓ ਹੈ ਕਿ ਬੰਦੇ ਤਾਂ ਤੁਰੇ ਜਾ ਰਹੇ ਨੇ ਪੁੱਠੇ ਪਾਸੇ ਉੱਧਰ ਨੂੰ, ਪਿੱਛੋਂ ਆ ਰਹੀ ਹੈ ਗੱਡੀ ਤੇ ਉਹ ਦੇਖ ਵੀ ਨਹੀਂ ਰਹੇ, ਉਹਨਾਂ ਨੂੰ ਪਤਾ ਵੀ ਨਹੀਂ ਹੈ ਕਿ ਪਿੱਛੇ ਕੋਈ ਗੱਡੀ ਆ ਰਹੀ ਹੈ। ਨੇ ਭੱਜ ਭੁੱਜ ਕੇ ਇੱਧਰ ਉੱਧਰ ਹੋ ਜਾਂਦਾ ਕੋਈ ਬੰਦਾ ਤੇ ਉਹ ਦਰੜ ਕੇ ਉਹਨਾਂ ਨੂੰ ਚਲੀ ਜਾਂਦੀ ਹੈ। ਔਰ ਜਦੋਂ ਉਹਨੂੰ ਉਸ ਗੱਲ ਨਾਲ ਜੋੜ ਕੇ ਦੇਖਦੇ ਨੇ, ਜਿਹੜਾ ਸਟੇਟ ਹੋਮ ਮਿਨਿਸਟਰ ਹੈ, ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ, ਉਹ ਜਦੋਂ 25 ਤਰੀਕ ਦੀ ਗੱਲ ਕਰਦਾ ਹੈ ਕਿ ਫਿਰ ਤੁਹਾਨੂੰ ਯੂਪੀ 'ਚੋਂ ਜਾਣਾ ਪੈ ਸਕਦਾ ਹੈ, ਬਾਕੀ ਹੈ, ਇਹ ਆਟੋਮੈਟਿਕਲੀ ਇੱਕ ਫਿਰਕੂ ਤਰੀਕਾ ਹੈ। ਉਹ ਕਿਹਨੂੰ ਕਹਿ ਰਿਹਾ? ਕਿਉਂਕਿ ਉਹ ਤਰਾਈ ਦਾ ਏਰੀਆ, ਉੱਥੇ ਜ਼ਿਆਦਾ ਪੰਜਾਬੀ ਸਿੱਖ ਨੇ ਤੇ ਯੂਪੀ ਦੀਆਂ ਇਲੈਕਸ਼ਨਾਂ ਦੇ ਮੱਦੇਨਜ਼ਰ ਬੀਜੇਪੀ ਜਿਹੜੀਆਂ ਚੀਜ਼ਾਂ ਲਈ ਜਾਣੀ ਜਾਂਦੀ ਹੈ ਕਿ ਅਲਾਈਨਮੈਂਟ ਜੇ ਮੁਸਲਿਮ ਹਿੰਦੂ ਨਹੀਂ ਬਣਦਾ ਤਾਂ ਇਹੋ ਜਿਹਾ ਬਣਾ ਦਿਓ, ਤੇ ਉਹਦੇ 'ਚੋਂ ਸਾਫ਼ ਨਜ਼ਰ ਆ ਰਿਹਾ ਕਿ ਤੁਸੀਂ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨ ਦੀ ਟਰਾਈ ਕਰ ਰਹੇ ਹੋ ਵੀ ਨਹੀਂ ਸੁਧਾਰ ਦਿੱਤੇ ਜਾਓਗੇ, ਇੱਥੋਂ ਕੱਢ ਦਿੱਤੇ ਜਾਓਗੇ। ਯੂਪੀ 'ਚੋਂ ਕੱਢਣਾ ਕਿਹਨੂੰ ਹੈ? ਹੋਰ ਕੱਢਣਾ ਇਹੀ ਹੈ ਨਾ ਵੀ ਕਦੇ ਕੋਈ ਬੰਦੇ ਆਏ ਸੀਗੇ ਤੇ ਇਹਨਾਂ ਨੂੰ ਕੱਢਣਾ। ਉਹ ਖਤਰਨਾਕ ਮਾਹੌਲ ਹੈ। ਵੈਸੇ ਤਾਂ ਉਦੋਂ ਹੀ ਜੇ ਕਾਨੂੰਨ ਮੁਤਾਬਕ ਕੋਈ ਕੰਮ ਕਰਦਾ ਹੁੰਦਾ ਤਾਂ ਉਦੋਂ ਹੀ ਇਹਦਾ ਨੋਟਿਸ ਲਿਆ ਜਾਣਾ ਬਣਦਾ ਸੀ, ਕਿਉਂਕਿ ਜਦੋਂ ਮੰਤਰੀ ਸੰਤਰੀ ਇਹ ਕਹਿਣ ਲੱਗ ਜਾਂਦੇ ਨੇ, ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਸ਼ਾਹੀਨ ਬਾਗ ਪ੍ਰਤੀ ਕਿਹਾ ਗਿਆ ਸੀ ਇੱਕ ਦੂਜੇ ਵੱਲੋਂ, ਬੀਜੇਪੀ ਦੇ ਕਿੰਨੇ ਲੀਡਰਾਂ ਵੱਲੋਂ ਉਹਦੇ ਖਿਲਾਫ ਫਿਰਕੂ ਨਫ਼ਰਤ ਫੈਲਾਉਣ ਦੀ ਗੱਲ ਹੈ, ਉਹ ਜਿਹੜਾ ਇੱਕ ਮਾਹੌਲ ਹੈ ਦੇਸ਼ ਦੇ ਵਿੱਚ ਫਿਰਕਾ ਪ੍ਰਸਤੀ ਦਾ, ਕੋਈ ਕਾਨੂੰਨ ਉਹਦੀ ਇਜਾਜ਼ਤ ਨਹੀਂ ਦਿੰਦਾ। ਕੋਈ ਦੂਜਾ ਬੰਦਾ ਕਰਕੇ ਦੇਖੇ ਉਹਦੇ 'ਤੇ ਪਰਚਾ ਭਰ ਕੇ ਅੰਦਰ ਪਾ ਦੇਣਗੇ, ਉਹਦੇ 'ਤੇ ਟੈਰਰਿਸਟ ਕਹਿ ਦੇਣਗੇ। ਇਹ ਵੀ ਇੱਕ ਟੈਰਰ ਫੈਲਾਉਣ ਦੀ ਵੀ ਤਾਂ ਇੱਕ ਪੂਰੀ ਕਮਿਊਨਿਟੀ ਦੇ ਵਿੱਚ ਇੱਕ ਦਹਿਸ਼ਤ ਫੈਲਾਉਣ ਦੀ ਬਿਆਨਬਾਜ਼ੀ ਹੈ। ਅਤੇ ਇਹ ਕਤਲ ਤੋਂ ਵੀ ਅਗਲਾ ਸਵਾਲ ਹੈ। ਅਸਲ ਦੇ ਵਿੱਚ ਇੱਕ ਕਤਲ ਹੋ ਗਿਆ, ਕਿਸ ਤਰੀਕੇ ਹੋ ਗਿਆ, ਉਹਦੇ ਤੋਂ ਵੱਡਾ ਮਾਮਲਾ ਹੈ ਬਹੁਤ ਜ਼ਿਆਦਾ। ਤਾਂ ਜਦੋਂ ਇੰਨਾ ਰੌਲਾ ਇਸ ਤਰੀਕੇ ਦਾ ਪੈ ਰਿਹਾ ਅਤੇ ਉਹਦੇ 'ਚੋਂ ਫਿਰ ਸੁਪਰੀਮ ਕੋਰਟ ਦਾ ਜਿਹੜਾ ਸੂਮੋਟੋ ਲੈਣਾ ਇੱਕ ਚੰਗੀ ਵੈਲਕਮ ਸਟੈਪ ਕਿਹਾ ਜਾਣਾ ਚਾਹੀਦਾ, ਸਵਾਗਤਯੋਗ ਹੈ। ਔਰ ਕਿੰਨੀਆਂ ਹੀ ਹੋਰ ਘਟਨਾਵਾਂ ਜਿਹੜੀਆਂ ਇਹੋ ਜਿਹੀਆਂ ਵਾਪਰਦੀਆਂ ਨੇ, ਬਲਕਿ ਉੱਥੇ ਜਿੱਦਾਂ ਜਲਦੀ ਨਿਆਂ ਮਿਲੇ ਉਨਾ ਹੈ। ਜੇਕਰ ਨਿਆਂ ਨਹੀਂ ਮਿਲਦਾ ਅਤੇ ਲੋਕਾਂ ਨੂੰ ਇਹ ਅਹਿਸਾਸ ਹੋ ਜਾਂਦਾ ਕਿ ਇੱਥੇ ਅਦਾਲਤਾਂ ਤੱਕ ਵੀ ਨਿਆਂ ਨਹੀਂ ਮਿਲੂਗਾ, ਤਾਂ ਫਿਰ ਜਿਹੜੇ ਨਿਆਂ ਦੇ ਪ੍ਰਬੰਧ ਹੈ ਉਹਦੇ 'ਚੋਂ ਲੋਕਾਂ ਦਾ ਭਰੋਸਾ ਉੱਠਣਾ ਸੁਭਾਵਿਕ ਹੈ। ਭਰੋਸਾ ਉੱਠ ਜਾਂਦਾ ਕਿ ਇੱਥੇ ਨਿਆਂ ਕੋਈ ਨਹੀਂ ਮਿਲਦਾ ਅਤੇ ਸੁਪਰੀਮ ਕੋਰਟ ਨੇ ਦੇਰੀ ਨਾਲ ਸਹੀ ਦਰੁਸਤ ਫੈਸਲਾ ਲਿਆ। ਅਤੇ ਜਦੋਂ ਪੁੱਛਿਆ ਗਿਆ ਯੂਪੀ ਸਰਕਾਰ ਦੇ ਵਕੀਲ ਤੋਂ ਕਿ ਹੁਣ ਤੱਕ ਤੁਸੀਂ ਇਹ ਦੱਸੋ ਕਿ FIR 'ਚ ਕਿਹਦਾ ਨਾਂ ਹੈ, ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਨੇ, ਕੀ ਮੇਨ ਅਕਿਊਜ਼ਡ ਗ੍ਰਿਫਤਾਰ ਕੀਤਾ ਜਾਂ ਨਹੀਂ ਕੀਤਾ, ਅੱਜ ਤੱਕ ਤਾਂ ਕਹਿਣ ਨੂੰ ਕੁਝ ਨਹੀਂ ਸੀ। ਫਿਰ ਉਹ ਕਹਿੰਦੇ ਅਸੀਂ ਜਵਾਬ ਦਿਆਂਗੇ। ਜਵਾਬ ਮਤਲਬ ਕੱਲ੍ਹ ਨੂੰ, ਹੁਣ ਸ਼ੁੱਕਰਵਾਰ ਨੂੰ ਦੁਬਾਰਾ ਫੇਰ ਕੇਸ ਉਹ ਸਾਰੇ ਮਾਮਲੇ 'ਚ ਲੱਗ ਗਿਆ। ਪਰ ਜਦੋਂ ਇਹ ਗੱਲ ਆਏਗੀ, ਇੱਕ ਤਾਂ ਜਿਹੜੇ ਦੋਸ਼ੀ ਨੇ ਵੀ ਉਹ ਕੀ ਗ੍ਰਿਫਤਾਰ ਕੀਤਾ ਜਾਂ ਨਹੀਂ ਕੀਤਾ, ਗੱਲ ਇਕੱਲੀ ਓਨੀ ਨਹੀਂ ਹੈ। ਮੰਨ ਲਓ ਇੱਕ ਵਾਰ ਗ੍ਰਿਫਤਾਰ ਵੀ ਹੋ ਗਿਆ, ਮੰਨ ਲਓ ਹਾਈ ਕੋਰਟ ਦੇ ਰਿਟਾਇਰਡ ਜੱਜ ਦੀ ਜਾਂਚ ਵੀ ਸ਼ੁਰੂ ਹੋ ਗਈ, ਪਰ ਜੇ ਉਸ ਜਿਹੜਾ ਬੰਦਾ ਹੈ, ਜਿਹੜਾ ਮੇਨ ਮੁਲਜ਼ਮ ਹੈ, ਜਿਹੜਾ ਆਸ਼ੀਸ਼ ਮਿਸ਼ਰਾ, ਉਹਦਾ ਫਾਦਰ ਉਹ ਯੂਨੀਅਨ ਹੋਮ ਮਿਨਿਸਟਰ ਬਣਿਆ ਰਹਿੰਦਾ ਹੈ, ਤਾਂ ਕੀ ਜਾਂਚ ਨਿਰਪੱਖ ਹੋ ਸਕੇਗੀ ਜਾਂ ਨਹੀਂ ਹੋ ਸਕੇਗੀ? ਇਹ ਬਹੁਤ ਬੜਾ ਸਵਾਲ ਹੈ। ਔਰ ਨਾਰਮਲੀ ਤਾਂ ਕੋਈ ਕਿਸੇ ਵੀ ਚੀਜ਼ ਦਾ ਮੰਤਰੀ ਹੋਏ ਤਾਂ ਮੰਤਰੀ ਦਾ ਆਪਣਾ ਇੱਕ ਔਰਾ ਹੁੰਦਾ, ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ, ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ, ਉਹ ਹਰ ਚੀਜ਼ ਦੇ ਵਿੱਚ ਤੁਹਾਡੇ ਕੋਲ ਇੱਕ ਪਾਵਰ ਹੈ, ਲਾਮਲਸ਼ਕਰ ਹੁੰਦਾ। ਅਤੇ ਜੇਕਰ ਉਹ ਨਹੀਂ ਸੱਤਾ ਤੋਂ, ਨਾਰਮਲੀ ਤਾਂ ਵਕੀਲ ਵੀ ਨਾ, ਆਪਾਂ ਦੇਖਿਆ ਅਦਾਲਤਾਂ 'ਚ ਜੱਜ ਵੀ, ਜਿਹੜੇ ਕਿਸੇ ਪੁਰਾਣੇ ਕੇਸ ਨਾਲ ਜੱਜ ਦਾ ਕੋਈ ਸੰਬੰਧ ਰਿਹਾ ਹੋਵੇ, ਮੰਨ ਲਓ ਵਕੀਲ ਹੈ ਕਦੇ ਰਿਹਾ ਹੋਵੇ ਜੱਜ ਬਣਨ ਤੋਂ ਪਹਿਲਾਂ ਉਸ ਧਿਰ ਦਾ, ਤਾਂ ਉਹ ਆਪਣੇ ਆਪ ਨੂੰ ਕੇਸ ਤੋਂ ਪਾਸੇ ਕਰ ਲੈਂਦਾ ਕਿ ਨਹੀਂ ਮੈਂ ਇਹਨੂੰ ਸੁਣੂੰਗਾ ਤਾਂ ਲੱਗੂਗਾ ਕਿ ਚਾਹੇ ਮੈਂ ਠੀਕ ਵੀ ਕਰਾਂ ਪਰ ਇਹ ਲੱਗੂਗਾ ਕਿ ਮੈਂ ਕੋਈ ਇਹਦੇ 'ਚ ਪਾਰਸੈਲਿਟੀ ਕੀਤੀ ਹੈ, ਕੋਈ ਨਾ ਕੋਈ ਪੱਖਪਾਤ ਕੀਤਾ।
ਫਿਰ ਜਦੋਂ ਸਿੱਧਾ ਉਹਦਾ ਬਾਪ ਇੱਕ ਮਤਲਬ ਮਿਨਿਸਟਰ ਬਣਿਆ ਹੋਊਗਾ, ਉਹ ਆਪਣੇ ਆਪ ਨੂੰ ਅਲੱਗ ਹੀ ਨਹੀਂ ਕਰਦਾ। ਉਹ ਵੈਸੇ ਤਾਂ ਜੇ ਅਖਲਾਕ ਹੋਵੇ ਤਾਂ ਇਹੀ ਹੈ ਕਿ ਮੈਂ ਉਨੇ ਚਿਰ ਲਈ ਅਸਤੀਫਾ ਦਿੰਦਾ, ਜਦੋਂ ਇਹ ਮਾਮਲਾ ਨਿਪਟ ਗਿਆ ਜੇਕਰ ਗੱਲ ਕਲੀਅਰ ਹੋ ਗਈ ਤਾਂ ਦੇਖ ਲਾਂਗੇ ਜੀ, ਤੇ ਮੈਂ ਵਾਪਸ ਕਹੂੰਗਾ ਗਵਰਨਮੈਂਟ ਮੈਨੂੰ ਲੈ ਲੈ, ਨਹੀਂ ਤਾਂ ਨਹੀਂ ਲੈਂਦੀ ਤਾਂ ਨਾ ਸਹੀ। ਤੇ ਜਾਂ ਫਿਰ ਦੇਸ਼ ਦੇ ਸਭ ਤੋਂ ਉੱਚ ਪੋਸਟ ਤੇ ਬੈਠੇ ਪ੍ਰਧਾਨ ਮੰਤਰੀ ਦੀ ਇਹ ਜ਼ਿੰਮੇਵਾਰੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜਾ 2 ਨੰਬਰ ਦਾ ਦਰਜੇਬੰਦੀ 'ਚ ਹੈ, ਉਹਨੂੰ ਤਾਂ ਮਿਲ ਕੇ ਹੀ ਆਇਆ ਕੱਲ੍ਹ। ਅਜੇ ਲੋਕਾਂ ਨੂੰ ਪਤਾ ਨਹੀਂ ਕੀ ਕਿਹਾ ਕੀ ਨਹੀਂ ਕਿਹਾ। ਹੋ ਸਕਦਾ ਇਹੋ ਜਿਹੀ ਕੋਈ ਗੱਲ ਕੀਤੀ ਹੋਵੇ, ਇਹੋ ਜਿਹੀਆਂ ਖਬਰਾਂ ਵੀ ਆ ਰਹੀਆਂ ਨੇ ਕਿ ਉਹ ਕਹਿੰਦਾ ਹੋਵੇ ਵੀ ਜੇ ਲੋੜ ਪਈ ਤਾਂ ਮੈਥੋਂ ਲੈ ਲਿਓ ਅਸਤੀਫਾ, ਪਰ ਮੇਰਾ ਮੁੰਡਾ ਬਚਾ ਲਓ ਜੀ, ਹੋਰ ਕੋਈ ਗੱਲ ਇਸ ਲੈਵਲ ਦੀ ਕਰਕੇ, ਮਤਲਬ ਕੁਝ ਵੀ ਚੀਜ਼ਾਂ ਹੋ ਸਕਦੀਆਂ ਨੇ। ਪਰ ਨਾਰਮਲੀ ਬੀਜੇਪੀ ਇਸ ਗੱਲ ਲਈ ਜਾਣੀ ਨਹੀਂ ਜਾਂਦੀ ਕਿ ਇਹੋ ਜਿਹੇ ਇਨਸਾਫ ਦੇ ਲਈ ਇੱਕ ਮਾਹੌਲ ਤਿਆਰ ਕੀਤਾ ਜਾਏ। ਹੁਣ ਇਹ ਸੁਪਰੀਮ ਕੋਰਟ 'ਤੇ ਨਿਰਭਰ ਕਰੂਗਾ ਕਿ ਕੀ ਉਹ ਜੱਜ ਦੀ ਜਾਂਚ ਵੀ ਹਾਈ ਕੋਰਟ ਦੇ ਦੀ ਜਾਂ ਪੁਲਿਸ ਦੀ ਟੋਟਲ ਜਾਂਚ ਸੁਪਰੀਮ ਕੋਰਟ ਆਪਣੀ ਨਿਗਰਾਨੀ ਹੇਠ ਲੈ ਲੇਗੀ ਜੀ। ਜੇਕਰ ਉਹ ਆਪਣੀ ਨਿਗਰਾਨੀ ਹੇਠ ਲੈ ਲੈਂਦੀ ਹੈ, ਚੀਫ ਜਸਟਿਸ ਦਾ ਬੈਂਚ ਹੈ ਤੇ ਦੂਜੇ ਵੀ 2 ਜੱਜ ਨੇ ਜਿਹੜੇ ਨੇ, ਸੂਰਿਆਕਾਂਤ ਨੇ ਤੇ ਜਸਟਿਸ ਕੋਹਲੀ, ਤੇ ਉਹ ਜੱਜ ਤਿੰਨੋਂ ਦਾ ਜਿਹੜਾ ਇੱਕ ਸੁਣਵਾਈ ਕਰ ਰਿਹਾ ਹੈ, ਜੇ ਸੁਪਰੀਮ ਕੋਰਟ ਆਪਣੀ ਦੇਖ ਰੇਖ 'ਚ ਲੈ ਲੇ ਤਾਂ ਚਾਂਸ ਸ਼ਾਇਦ ਥੋੜ੍ਹੇ ਜਿਹੇ ਵੱਧ ਸਕਦੇ ਨੇ, ਕਿਉਂਕਿ ਫਿਰ ਦੂਜੀਆਂ ਧਿਰਾਂ ਥੋੜ੍ਹਾ ਬਹੁਤ ਹੇਠਲਾ ਅਫਸਰ ਵੀ ਡਰਨ ਲੱਗ ਜਾਂਦਾ ਜੇ ਤੱਥਾਂ 'ਤੇ ਗੱਲ ਨਾ ਕੀਤੀ, ਇਹ ਨਾ ਕੀਤੀ ਉਹ ਨਾ। ਪਰ ਹੁਣ ਇਹ ਉਹਦੇ 'ਤੇ ਦੇਖਣਾ ਪਏਗਾ ਕੱਲ੍ਹ ਉਹ ਜਵਾਬ ਕੀ ਦਿੰਦੇ ਨੇ। ਔਰ ਇਹ ਗੱਲ 2 ਦਿਨ ਤੋਂ, ਕੱਲ੍ਹ ਤੋਂ ਹੀ ਚੱਲ ਰਹੀ ਹੈ, ਪਰਸੋਂ ਤੋਂ ਚੱਲ ਰਹੀ ਹੈ। ਇੱਕ ਤਾਂ ਕਿਸਾਨ ਅੰਦੋਲਨ ਨੇ ਇਹ ਮਤਲਬ ਉਹਨਾਂ ਦੇ ਸਾਹਮਣੇ ਇੱਕ ਮੌਕਾ ਦਿੱਤਾ ਹੋਇਆ ਉਹਨਾਂ ਨੂੰ ਟਾਈਮ ਕਿ ਜੇ ਭੋਗ ਤੱਕ ਜੀ ਨਹੀਂ ਕੋਈ ਤੁਸੀਂ ਫੈਸਲਾ ਕਰਦੇ, ਬੰਦੇ ਨਹੀਂ ਗ੍ਰਿਫਤਾਰ ਕਰਦੇ ਤਾਂ ਅਸੀਂ ਕੋਈ ਵੱਡਾ ਐਲਾਨ ਕਰਾਂਗੇ। ਕੱਲ੍ਹ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵੀ ਹੈ ਜਿਹੜੀ ਉਹਨਾਂ ਨੇ ਰਣਨੀਤੀ ਇਸ ਮਾਮਲੇ ਦੇ ਵਿੱਚ ਬਣਾਉਣੀ ਹੈ ਜੀ। ਕੱਲ੍ਹ ਨੂੰ ਹੀ ਸੁਪਰੀਮ ਕੋਰਟ ਦੀ ਵੀ ਦੇ ਵਿੱਚ ਵੀ ਇਹੀ ਮਾਮਲਾ ਹੈ। ਹੁਣ ਉਹ ਜਿਹੜਾ ਆਸ਼ੀਸ਼ ਹੈ, ਜਦੋਂ ਉਹਦਾ ਨਾਮ ਆ ਗਿਆ, ਇੱਕ ਐਡਾ ਵੱਡਾ ਪ੍ਰੈਸ਼ਰ ਪੈ ਰਿਹਾ ਹੈ, ਤਾਂ ਇਹ ਕਿਹਾ ਜਾ ਰਿਹਾ ਕਿ ਉਹ ਸਰੈਂਡਰ ਕਰ ਸਕਦਾ ਹੈ। ਅੱਜ ਕੱਲ੍ਹ ਦੇ ਵਿੱਚ ਥੋੜ੍ਹਾ ਬਹੁਤ ਇਸ ਸਾਰੇ ਮਾਮਲੇ ਦੇ ਵਿੱਚ ਉਹ ਸਰੈਂਡਰ ਕਰਦਾ ਹੈ। ਉੱਥੇ ਕਿਹੋ ਜਿਹੀ ਇਨਵੈਸਟੀਗੇਸ਼ਨ ਹੁੰਦੀ ਹੈ, ਜੇ ਸਰੈਂਡਰ ਵੀ ਕਰਦੇ, ਜਿਹੋ ਜਿਹੇ ਆਪਾਂ ਵੱਡੇ ਅਮੀਰ ਖਾਸ ਤੌਰ 'ਤੇ ਪਾਵਰਫੁਲ ਬੰਦਿਆਂ ਦੇ ਜੇਲ੍ਹ 'ਚ ਜਿਹੋ ਜਿਹਾ ਉਹਨਾਂ ਨਾਲ ਟਰੀਟਮੈਂਟ ਹੁੰਦਾ, ਜਿਹੋ ਜਿਹੀ ਅਜਾਸੀ ਕਰਦੇ ਨੇ, ਇਹ ਵੀ ਗੱਲਾਂ ਨੇ ਨਾ ਸਭ ਦੇ ਸਾਹਮਣੇ, ਉਹ ਚੀਜ਼ਾਂ ਵੀ ਸਾਹਮਣੇ ਨੇ। ਪਰ ਪਹਿਲੀ ਗੱਲ ਅਰੈਸਟ ਦੀ ਹੈ, ਉਦੋਂ ਬਾਅਦ ਕਿਸੇ ਸੁਪਰੀਮ ਕੋਰਟ ਦੀ ਦੇਖ ਰੇਖ ਦੇ ਵਿੱਚ ਜੇ ਜਾਂਚ ਹੁੰਦੀ ਹੈ, ਸ਼ਾਇਦ ਇਹ ਜ਼ਿਆਦਾ ਬਿਹਤਰ ਤਰੀਕਾ ਹੋ ਸਕਦਾ ਜਾਂਚ ਦਾ। ਹਮੀਰ ਜੀ, ਜਿਵੇਂ 4 ਦਿਨ ਹੋ ਗਏ ਹਾਲੇ ਤੱਕ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਨਹੀਂ ਹੋਈ, ਜੇਕਰ ਦੂਜੇ ਪਾਸੇ ਦੇਖੀਏ ਤਾਂ ਕੋਈ ਮਾਮੂਲੀ ਕੇਸਾਂ 'ਚ ਵੀ ਕੋਈ ਨਾਮਜ਼ਦ ਕੀਤੇ ਹੁੰਦੇ ਨੇ ਬੰਦੇ, ਤਾਂ ਪੁਲਿਸ ਮੁਲਜ਼ਮ ਹੀ ਨਹੀਂ, ਮੁਲਜ਼ਮ ਦੇ ਟੱਬਰ ਤੱਕ ਨੂੰ ਚੱਕ ਕੇ ਥਾਣੇ ਲਿਆ ਕੇ ਬਿਠਾ ਲੈਂਦੀ ਹੈ, ਤੇ ਜਿਹੜਾ ਟੱਬਰ ਸਾਰਾ ਦਿਨ ਪੁਲਿਸ ਦੀ ਉਸ 'ਚ ਰਹਿੰਦਾ, ਸੁਰੱਖਿਆ ਹੇਠ ਰਹਿੰਦਾ, ਉਹਦਾ ਪੁਲਿਸ ਨੂੰ ਹਾਲੇ ਤੱਕ ਪਤਾ ਨਹੀਂ ਲੱਗ ਪਾ ਰਿਹਾ ਕਿ ਉਹ ਕਿੱਥੇ ਹੈ, ਜਾਂ ਕਹਿ ਦਈਏ ਗ੍ਰਿਫਤਾਰੀ ਨਹੀਂ ਹੋ ਪਾ ਰਹੀ। ਇਸ 'ਚ ਤੁਸੀਂ ਪੁਲਿਸ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ? ਨਹੀਂ, ਉਹ ਪੁਲਿਸ ਤਾਂ ਆਪ ਮੰਨਦੀ, ਪੁਲਿਸ ਇਹ ਨਹੀਂ ਕਹਿ ਰਹੀ ਕਿ ਉਹ ਕਿਤੇ ਭੱਜੇ ਹੋਏ ਨੇ ਜਾਂ ਭੱਜ ਗਏ ਸਾਡੇ ਤੋਂ। ਉਹ ਤਾਂ ਕਹਿੰਦੇ ਸਾਡੀ ਇਹ ਤਰਜੀਹ ਉਹ ਨਹੀਂ ਸੀਗੀ ਹੁਣ ਤੱਕ। ADGP ਲਾ ਐਂਡ ਆਰਡਰ ਉਹਨਾਂ ਦਾ ਪ੍ਰਸ਼ਾਂਤ ਕੁਮਾਰ ਜਿਹੜਾ ਹੈ, ਉਹ ਲਗਾਤਾਰ ਇਹ ਕਹਿੰਦਾ ਰਿਹਾ ਵੀ ਹੁਣ ਤੱਕ ਤਾਂ ਅਸੀਂ ਸਾਂਭਣਾ ਸੀ ਅਮਨ ਕਾਨੂੰਨ ਦਾ ਮਾਮਲਾ। ਜਿਹੜੇ ਬੰਦਿਆਂ ਦੀ ਡੈਥ ਹੋਈ ਉਹਨਾਂ ਦੀ ਕਰਮੇਸ਼ਨ ਦਾ ਸਵਾਲ ਹੈ, ਬਾਕੀ ਨੇ ਤੇ ਪੋਲੀਟੀਕਲ ਲੀਡਰ ਹੋਰ ਪਾਰਟੀਆਂ ਦੇ ਆ ਰਹੇ ਸੀ, ਉਹ ਦਬਾਅ ਸੀ, ਫਿਰ ਹੌਲੀ ਹੌਲੀ ਉਹਨਾਂ ਨੂੰ ਛੋਟ ਦਿੱਤੀ। ਹੁਣ ਅਸੀਂ ਕਰਾਂਗੇ, ਜਲਦੀ ਕਰਾਂਗੇ, ਜੋ ਵੀ ਤੁਹਾਡੇ ਸਾਹਮਣੇ ਆ ਜਾਏਗਾ। ਕੀ ਕਰਨਗੇ ਹੁਣ ਤਾਂ ਕੱਲ੍ਹ ਦਾ ਉਹ ਵੀ ਖੋਲ੍ਹਤਾ ਤੇ ਅੱਜ ਤੱਕ ਦਾ ਕੋਈ ਕੀ ਅਪਡੇਟ ਹੋਏਗੀ ਇਹ ਸਭ ਦੇ ਸਾਹਮਣੇ ਆਏਗਾ। ਬਲਕਿ ਬਾਕੀ ਪੁਲਿਸ ਕੱਲੀ ਇੰਨੀ ਕੁ ਨਹੀਂ ਹੁੰਦੀ ਜੀ। ਹੁਣ ਸਾਰੇ ਬੰਦੇ ਇਸੇ ਕੰਮ ਤੇ ਥੋੜ੍ਹੀ ਲੱਗੇ ਨੇ। ਤੁਸੀਂ ਇੱਕ ਕਮੇਟੀ ਬਣਾਉਣੀ ਹੈ, ਜਿਹੜਾ ਕਹਿੰਦਾ ਕਿ ਬੰਦਾ ਫੜੋ ਜਿੱਥੇ ਵੀ ਬੈਠਾ, ਘੱਟੋ ਘੱਟ ਉਹ ਤਾਂ ਮਤਲਬ ਖੁੱਲ੍ਹੇ ਫਿਰਦੇ ਨੇ। ਕਤਲ ਕੇਸ 'ਚ ਇੱਕ ਮੰਨਿਆ ਜਾਂਦਾ ਹੈ ਕਿ ਕਤਲ ਵੀ ਤੇ ਹੋਰ ਇਹ ਮਾਮਲਿਆਂ 'ਚ ਵੀ, ਕਤਲ 'ਚ ਤਾਂ ਬਹੁਤ ਜ਼ਿਆਦਾ ਸੰਭਾਵਨਾਵਾਂ ਹੁੰਦੀਆਂ ਨੇ ਕਿ ਜਦੋਂ ਮੇਨ ਦੋਸ਼ੀ ਤੇ ਉਹ ਪਾਵਰਫੁਲ ਵੀ ਹੁੰਦਾ, ਉਹ ਬਾਹਰ ਹੁੰਦਾ, ਤਾਂ ਉਹ ਸਬੂਤਾਂ ਨਾਲ ਛੇੜਛਾੜ ਕਰ ਸਕਦਾ ਜੀ। ਉਹ ਗਵਾਹਾਂ ਨੂੰ ਮੁਕਰਾਉਣ ਲਈ, ਗਵਾਹਾਂ ਨੂੰ ਖਰੀਦਣਾ ਤੇ ਜਾਂ ਟੈਰਰ ਫੈਲਾਉਣਾ, ਉਹ ਕੰਮ ਕਰ ਸਕਦਾ। ਉਹ ਬਹੁਤ ਕੁਛ ਇਹੋ ਜਿਹਾ ਕਰ ਸਕਦਾ ਜਿਹੜਾ ਜਾਂਚ ਦੇ ਰਸਤੇ ਦੇ ਵਿੱਚ ਰੁਕਾਵਟ ਪੈ ਸਕਦੀ ਹੈ ਜੀ। ਉਹ ਜਿੰਨੀ ਦੇਰੀ ਹੋਏਗੀ ਓਨਾ ਹੀ ਤੁਸੀਂ ਉਹਨਾਂ ਨੂੰ ਮੌਕਾ ਦੇ ਰਹੇ ਹੋ। ਇਹਦਾ ਮਤਲਬ ਪੁਲਿਸ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ। ਵੈਸੇ ਤਾਂ ਯੂਪੀ ਪੁਲਿਸ ਜਾਂ ਸਾਡੇ ਦੇਸ਼ ਦੀ ਪੁਲਿਸ ਹੈ ਇਸੇ ਲੈਵਲ ਦੀ ਹੈ। ਉਹ ਕਿਸੇ ਬੰਦੇ ਨੂੰ ਜਾਲੀ ਭਜਾ ਕੇ ਜਦ ਮਰਜ਼ੀ ਮਾਰ ਵੀ ਸਕਦੀ ਹੈ, ਤੇ ਉਹ ਕਦੇ ਕਦੇ ਬੱਲੇ ਬੱਲੇ ਖੱਟਦੀ ਹੈ। ਤੇ ਉਹ ਜਿਹੜਾ ਕੁੜੀ ਦਾ ਇੱਕ ਮਾਮਲਾ ਸੀ, ਡਾਕਟਰ ਦਾ ਜਿਹੜਾ ਰੇਪ ਕੇਸ ਦਾ ਮਾਮਲਾ ਸੀ, ਤੇ ਉੱਥੇ ਲਿਆ ਕੇ ਉਹੀ 4 ਬੰਦੇ ਜਿਨ੍ਹਾਂ ਨੇ ਰੇਪ ਕੀਤਾ ਸੀ ਦੁਬਾਰਾ ਜਿਵੇਂ ਫਿਲਮ ਦੁਹਰਾਉਣੀ ਹੁੰਦੀ ਹੈ, ਲਿਆ ਕੇ ਮਾਰ ਦਿੱਤੇ ਗਏ ਕਿ ਜੀ ਉੱਥੇ ਗਏ ਸੀ, ਭੱਜਣ ਲੱਗ ਗਏ, ਤੇ ਉਹਦੇ ਤੇ ਵਾਹਵਾ ਕੱਟ ਲਈ। ਜਦੋਂ ਵੀ ਗੈਰ ਕਾਨੂੰਨੀ ਤਰੀਕਾ ਤੁਸੀਂ ਕਰਦੇ ਹੋ, ਤੇ ਉਹ ਗੈਰ ਕਾਨੂੰਨੀ ਤਰੀਕਾ ਜਿਹੜੇ ਕਾਨੂੰਨੀ ਤੌਰ 'ਤੇ ਇਨਸਾਫ ਲੈਣਾ ਚਾਹੁੰਦੇ ਨੇ, ਉਹ ਮੇਰਾ ਖਿਆਲ ਹੈ ਇਨਸਾਫ ਨਹੀਂ ਮਿਲਦਾ। ਤੇ ਲੋਕਾਂ ਨੂੰ ਵੀ ਤੁਸੀਂ ਇਹੋ ਜਿਹੀ ਆਦਤ ਪਾ ਰਹੇ ਹੋ ਹੌਲੀ ਹੌਲੀ ਕਿ ਜਿਹੜਾ ਟਿਟ ਫਾਰ ਟਾਈਟ ਦਾ ਮਾਮਲਾ ਹੈ ਨਾ, ਕਿ ਇਹਨੂੰ ਮਤ ਮਾਰ ਦਿਓ, ਮੈਂ ਮਰ ਗਿਆ, ਇਹਨੂੰ ਮਾਰ ਦਿਓ, ਬਾਕੀ ਮਾਰ ਦਿਓ, ਉਹਨੂੰ ਮਾਰ ਦਿਓ। ਤੁਸੀਂ ਕਾਨੂੰਨ ਮੁਤਾਬਕ ਉਹਨੂੰ ਉੱਥੇ ਤੱਕ ਨਹੀਂ ਲਿਜਾ ਰਹੇ ਕਿ ਚਾਹੇ ਉਹਨੂੰ ਫਾਂਸੀ ਹੁੰਦੀ ਹੈ ਜਾਂ ਉਹਨੂੰ ਉਮਰ ਕੈਦ ਹੁੰਦੀ ਹੈ ਜਾਂ ਕੀ ਕਰਦੇ ਹੋ।
ਉਧਰ ਨਹੀਂ ਸਾਡੀ ਪੁਲਿਸ ਤੇ ਸਾਡਾ ਸਮਾਜ ਉਸ ਪੱਧਰ ਤੇ ਚੱਲਦਾ। ਇਹ ਪੁਲਿਸ ਤੇ ਸਵਾਲੀਆ ਨਿਸ਼ਾਨ ਰਹੂਗਾ। ਪੁਲਿਸ ਆਪਣੇ ਆਪ 'ਚ ਇੰਡੀਪੈਂਡੈਂਟ ਕੀ ਹੈ, ਉਹਦੀ ਔਕਾਤ ਤੁਹਾਡੀ ਥੋੜ੍ਹੀ ਹੈ ਜੀ। ਉਹ ਵੀ ਸੰਕੇਤ ਦੇਖਦੀ ਹੈ ਉਸ ਪੱਧਰ ਦੇ ਉੱਤੇ। ਚਾਹੇ ਚੀਫ ਮਿਨਿਸਟਰ ਨੇ ਯੋਗੀ ਆਦਿੱਤਿਆਨਾਥ ਨੇ ਕਿਹਾ ਜੀ ਕੋਈ ਵੀ ਬਖਸ਼ਿਆ ਨਹੀਂ ਜਾਊਗਾ, ਇਹ ਜੁਮਲੇ ਨੇ। ਔਰ ਇਹ ਤੋਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਹੈ, ਗੁਰਸ਼ਰਨ ਭਾਜੀ ਸੀਗੇ ਜਿਨ੍ਹਾਂ ਦੀ ਡੈਥ ਹੋ ਗਈ, ਨਾਟਕਕਾਰ ਬੜੇ ਵੱਡੇ, ਉਹ ਬੜੀ ਬਾਰ-ਬਾਰ ਕਹਿੰਦੇ ਸੀ ਆਪਣੇ ਸਪੀਚ ਦੇ ਵਿੱਚ ਵੀ ਜਦੋਂ ਸਰਕਾਰ ਕਹੇ ਸਭ ਪਾਸੇ ਅਮਨ ਸ਼ਾਂਤੀ ਹੈ, ਪੱਤਾ ਵੀ ਨਹੀਂ ਹਿੱਲੂਗਾ, ਤਾਂ ਸਮਝ ਲਓ ਕੋਈ ਵੱਡਾ ਭੁਚਾਲ ਆਉਣ ਵਾਲਾ ਹੈ। ਤੇ ਜਦ ਸਰਕਾਰ ਕਹੇ ਕਿ ਬਹੁਤ ਗੜਬੜ ਹੋਣ ਵਾਲੀ ਹੈ, ਸੁਚੇਤ ਹੋ ਜੋ, ਤਾਂ ਸਮਝ ਲਓ ਪੱਤਾ ਨਹੀਂ ਹਿੱਲਦਾ। ਵੀ ਸਰਕਾਰਾਂ ਐਂ ਵੀ ਕਰਦੀਆਂ ਨੇ। ਜਦ ਤੁਸੀਂ ਕਹਿੰਦੇ ਹੋ ਬਖਸ਼ਿਆ ਨਹੀਂ ਜਾਏਗਾ, ਇਹ ਸ਼ਬਦ ਸਾਰਿਆਂ ਦੇ ਵਿੱਚ ਆਉਂਦਾ ਤੇ ਸਮਝ ਲਓ ਕੋਈ ਕਾਰਗੁਜ਼ਾਰੀ ਚੱਲ ਰਹੀ ਹੈ ਕਿ ਬਖਸ਼ਿਆ ਨਹੀਂ। ਤਾਂ ਤੁਹਾਡੇ ਐਕਸ਼ਨ 'ਚੋਂ ਬੋਲਣੀ ਚਾਹੀਦੀ ਹੈ ਚੀਜ਼, ਬਿਲਕੁਲ ਤੁਹਾਡੇ ਸ਼ਬਦਾਂ ਦੀ ਗੱਲ ਨਹੀਂ, ਇਕੱਲੀ ਇੱਕ ਵਾਰ ਕਹਿ ਕੇ ਤੁਸੀਂ ਕਰ ਦਿਓ। ਜੇ ਚੀਫ ਮਿਨਿਸਟਰ ਨੇ ਕਹਿਤਾ ਸੀ ਬਖਸ਼ਿਆ ਨਹੀਂ ਜਾਏਗਾ, ਤਾਂ ਪਹਿਲਾ ਕੰਮ ਉਸੇ ਦਿਨ ਜਿੱਦਣ ਐਲੀਗੇਸ਼ਨ ਲੱਗ ਰਹੇ ਸੀ ਬੰਦਿਆਂ ਨੂੰ ਹਿਰਾਸਤ 'ਚ ਲੈਣਾ ਸੀ ਜੀ। ਉਹ ਤੋਂ ਬਾਅਦ ਅਗਲੀ ਗੱਲ ਸ਼ੁਰੂ ਕਰਨ ਦਾ ਸਵਾਲ ਸੀ। ਇਹ ਸਵਾਲ ਤਾਂ ਉੱਠਦਾ ਰਹਿਣਾ ਜੀ। ਹਮੀਰ ਜੀ, ਕੱਲ ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਪੀੜਤ ਪਰਿਵਾਰਾਂ ਨੂੰ ਮਿਲ ਕੇ ਆਉਂਦੇ ਨੇ ਤੇ ਅੱਜ ਕਾਂਗਰਸ ਦੇ ਵੱਖ-ਵੱਖ ਸੂਬਿਆਂ ਤੋਂ ਜੱਥੇ ਜਿਹੜੇ ਹੈ ਲਖੀਮਪੁਰ ਵੱਲ ਰਵਾਨਾ ਹੋਏ ਨੇ, ਜਿਨ੍ਹਾਂ ਨੂੰ ਰਾਹ 'ਚ ਪੁਲਿਸ ਨੇ ਰੋਕ ਲਿਆ। ਅਸੀਂ ਜਾਣਨਾ ਚਾਹਾਂਗੇ ਵੀ ਕਿ ਅੱਜ ਦਾ ਕੀ ਮਤਲਬ ਕਾਂਗਰਸ ਦੀ ਕਾਰਗੁਜ਼ਾਰੀ ਰਹੀ ਹੈ ਤੇ ਕੀ ਅਗਲੀ ਭਵਿੱਖ ਦੀ ਰਣਨੀਤੀ ਇਹਨਾਂ ਦੀ ਹੋ ਸਕਦੀ ਹੈ। ਵੱਖ-ਵੱਖ ਪਾਰਟੀਆਂ ਦੇ ਆਗੂ ਮਿਲ ਰਹੇ ਨੇ, ਕੱਲ੍ਹ ਵੀ ਗਏ ਸੀ, ਆਮ ਆਦਮੀ ਪਾਰਟੀ ਦੇ ਵੀ ਗਏ, ਸੰਜੇ ਸਿੰਘ, ਰਾਘੂ ਚੱਡਾ, ਤੇ ਪੰਜਾਬ ਦੇ ਜਿਹੜੇ ਮੇਨ MLA ਕਾਫੀ ਗਏ, ਉਹ ਵੀ ਮਿਲੇ ਨੇ, ਤੇ ਹੋਰ ਪਾਰਟੀਆਂ ਦੇ ਲੋਕ ਵੀ ਜਾਂਦੇ ਨੇ। ਪਰ ਕਾਂਗਰਸ ਦਾ ਕਿਉਂਕਿ ਕਾਫੀ ਲੰਮੇ ਜਿਹੜੀ ਪ੍ਰਿੰਕਾ ਗਾਂਧੀ ਉੱਥੇ ਪਹਿਲੇ ਦਿਨ ਤੋਂ ਗਈ ਸੀ ਕਿ ਉਹ ਕੱਲ੍ਹ ਤੱਕ ਉਹਨੂੰ ਨਹੀਂ ਦਿੱਤਾ, ਬਲਕਿ ਉਹਨਾਂ ਦਾ ਦੋਸ਼ ਵੀ ਇਹੀ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਨਜ਼ਰਬੰਦ ਕਰਕੇ ਰੱਖਿਆ, ਤੇ ਨਾ ਤੁਸੀਂ ਇਹ ਦੱਸਿਆ ਉਹਨੂੰ ਕਿ ਦੋਸ਼ ਕੀ ਹੈ, ਕਿਹੜੀ FIR ਹੈ, ਕਿਹੜੇ ਤਹਿਤ ਰੱਖਿਆ ਗਿਆ, ਕਿਹੜੇ ਤਹਿਤ ਨਹੀਂ, ਉਹ ਤਾਂ ਹੈ ਹੀ ਹੈ। ਫਿਰ ਜਿਹੜਾ ਪਰਸਨਲ ਪਰਿਵਾਰਾਂ ਨੂੰ ਮਿਲਣ ਦਾ ਮਤਲਬ ਇਹੀ ਹੈ ਕਿ ਤੁਸੀਂ ਇਹ ਕੋਸ਼ਿਸ਼ ਕਰਦੇ ਹੋ ਤੁਹਾਨੂੰ ਨਿਆਂ ਦਿਵਾਵਾਂਗੇ, ਅਸੀਂ ਇੱਕ ਜਦੋਜਹਿਦ ਕਰਾਂਗੇ। ਜਿਹੜੀ ਬਾਅਦ 'ਚ ਮਿਲਣ ਤੋਂ ਬਾਅਦ ਪ੍ਰਿੰਕਾ ਗਾਂਧੀ ਨੇ ਕਿਹਾ ਕਿ ਜਿਹੜਾ ਕਿੰਨੇ ਪੈਸੇ ਮਿਲੇ ਕਿੰਨੇ ਨਹੀਂ ਮਿਲੇ ਇਹ ਮੇਰਾ ਨਾਗਾ ਦੇਗਾ ਨਹੀਂ, ਉਹ ਅਲੱਗ ਸਵਾਲ ਹੈ। ਚਲੋ ਪਰਿਵਾਰ ਨੂੰ ਕੋਈ ਨਾ ਕੋਈ ਰਾਹਤ ਮਿਲੇ, ਠੀਕ ਹੈ ਜੀ, ਪਰ ਮੇਰਾ ਮਤਲਬ ਇਹ ਹੈ ਕਿ ਪਰਿਵਾਰ ਨੂੰ ਇਨਸਾਫ ਮਿਲੇ। ਮੈਂ ਉਦੋਂ ਤੱਕ ਉਹਨੇ ਪਰਸਨਲੀ ਮੈਂ ਦੇ ਤੌਰ ਤੇ ਮੈਂ ਇਹਦੇ ਲਈ ਜਾਰੀ ਰੱਖੂੰਗੀ ਜਦੋਜਹਿਦ, ਕਿਉਂਕਿ ਕਾਂਗਰਸ ਨੇ ਉਹਨੂੰ ਯੂਪੀ ਦੀ ਵੀ ਇੰਚਾਰਜ ਇੱਕ ਲੈਵਲ ਦੀ ਲਾਇਆ ਹੋਇਆ, ਯੂਪੀ 'ਚ 2022 'ਚ ਵੋਟਾਂ ਵੀ ਨੇ, ਤੇ ਉਹਦੇ ਵਿੱਚ ਇਹ ਸੀ ਕਿ ਇੱਕ ਤਾਂ ਉਹ ਬੰਦਾ ਬਾਹਰ ਕਿਵੇਂ ਹੈ ਜੀ, ਜਿਹੜਾ ਪ੍ਰਾਈਮ ਅਕਿਊਜ਼ਡ ਦਾ ਮੁੱਖ ਮੁਲਜ਼ਮ ਹੈ ਮੰਤਰੀ ਦਾ ਮੁੰਡਾ ਆਸ਼ੀਸ਼, ਤੇ ਇੱਕ ਮੰਤਰੀ ਸੱਤਾ ਤੇ ਕਿਵੇਂ ਹੈ, ਤੇ ਦੋਨਾਂ ਤੋਂ ਬਿਨਾਂ ਤਾਂ ਫਿਰ ਇਨਸਾਫ ਮਿਲਣਾ ਨਹੀਂ। ਹੁਣ ਸ਼ਾਇਦ ਇਹੀ ਇੱਕ ਪਲਾਨਿੰਗ ਦਾ ਹੀ ਹਿੱਸਾ ਹੈ, ਤੇ ਕਾਂਗਰਸ ਨੇ ਆਪਣੇ ਬੰਦਿਆਂ ਨੂੰ, ਪਾਰਟੀਆਂ ਨੂੰ ਕਿਹਾ। ਪਹਿਲਾਂ ਰਾਹੁਲ ਗਾਂਧੀ ਵੀ 2 ਚੀਫ ਮਿਨਿਸਟਰਾਂ ਨੂੰ ਨਾਲ ਲੈ ਕੇ ਗਿਆ, ਇੱਥੋਂ ਚੰਨੀ ਨੂੰ ਵੀ ਲੈ ਕੇ ਗਿਆ, ਉੱਥੋਂ ਬਘੇਲ ਨੂੰ ਲੈ ਕੇ ਗਿਆ, ਤੇ ਉਹਨਾਂ ਨੇ ਅਨਾਉਂਸ ਵੀ ਕੀਤਾ ਹਮਦਰਦੀ ਵਜੋਂ ਉਹਨਾਂ ਪਰਿਵਾਰਾਂ ਦੇ ਸਮੇਤ ਪੱਤਰਕਾਰ 50-50 ਲੱਖ ਰੁਪਇਆ ਦੇਣ ਦਾ ਆਪਣੇ ਵੱਲੋਂ। ਤੇ ਇਹ ਜਿਹੜਾ ਇੱਕ ਇਸ਼ੂ ਹੈਗਾ ਹੁਣ ਫਿਰ ਕਾਂਗਰਸ ਦਾ, ਰਾਜਸਥਾਨ ਤੋਂ, ਪੰਜਾਬ ਤੋਂ, ਹਰਿਆਣੇ ਤੋਂ ਮਤਲਬ ਜਥੇ ਗਏ ਨੇ ਕਾਰਾਂ ਦੇ ਕਾਫਲੇ ਲੈ ਕੇ ਕਿ ਅਸੀਂ ਇਨਸਾਫ ਦਿਵਾਉਣ ਦੇ ਲਈ ਇੱਕ ਮੰਗ ਕਰਦੇ ਹਾਂ। ਮੈਨੂੰ ਲੱਗਦਾ ਕਿ ਮੰਗ ਕਰਨਾ ਜੇ ਦਬਾਅ ਬਣੂਗਾ ਤਾਂ ਇਹ ਸਭ ਨੂੰ ਰਲ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿੰਨਾ ਦਬਾਅ ਬਣੂਗਾ ਉਨਾ ਇਨਸਾਫ ਨੇੜੇ ਹੋਏਗਾ, ਜੇ ਦਬਾਅ ਘੱਟ ਬਣੂਗਾ ਤਾਂ ਘੱਟ ਇਨਸਾਫ ਨੇੜੇ ਹੋਏਗਾ। ਔਰ ਜਿਹੜਾ ਵੀ ਕੋਈ ਕੰਮ ਇਹਦੇ 'ਚ ਕੰਟਰੀਬਿਊਟ ਕਰਦਾ ਤੇ ਉਹਦਾ ਵੈਲਕਮ ਕਰਨਾ ਚਾਹੀਦਾ ਜਿਸ ਵੀ ਮਾਮਲੇ 'ਚ। ਪਰ ਨਾਲ ਇੱਕ ਹੋਰ ਗੱਲ ਦਿਖਾਈ ਦੇ ਰਹੀ ਹੈ ਜਿਹੜੀ ਥੋੜ੍ਹੀ ਜਿਹੀ ਚਿੰਤਾ ਕਰਨ ਵਾਲੀ ਹੈ, ਉਹ ਹੈ ਕਿ ਯੂਪੀ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ, ਵਿਰੋਧੀ ਪਾਰਟੀਆਂ ਜਾਂ ਕਾਂਗਰਸ ਵੀ, ਯੂਪੀ ਤੋਂ ਓਡਾ ਵੱਡਾ ਉਭਾਰ ਪੈਦਾ ਨਹੀਂ ਹੋ ਰਿਹਾ ਕਿ ਉਹ ਉੱਥੇ ਵੱਡੀ ਰੈਲੀ ਕਰਕੇ ਲੋਕਾਂ ਨੂੰ ਲਾਮਬੰਦ ਕਰਕੇ ਇਸ ਲਈ ਯੂਪੀ ਸਰਕਾਰ ਦੇ ਨੱਕ 'ਚ ਦਮ ਕਰੇ ਕਿ ਤੁਸੀਂ ਕਿਉਂ ਨਹੀਂ ਐਜੀਟੇਸ਼ਨ ਉੱਥੇ ਲਾਂਚ ਕਰੇ ਯੂਪੀ ਦੇ ਵਿੱਚ। ਕਾਂਗਰਸ ਦੀ ਗਾਹ ਪਾ ਦੇਣ ਉਸ ਪੂਰੇ ਮਾਮਲੇ 'ਚ। ਸਮਾਜਵਾਦੀ ਪਾਰਟੀ ਦਾ ਵੀ ਹਾਲ ਹੈ, ਤੇ ਬਾਕੀ ਜਿਹੜੇ ਮਤਲਬ ਜਯੰਤ ਚੌਧਰੀ ਖਾਸ ਤੌਰ 'ਤੇ ਪੱਛਮੀ ਯੂਪੀ 'ਚ ਇਹ ਕਹਿੰਦਾ ਕਿ ਅਸੀਂ ਮੇਨ ਚੌਧਰੀ ਚਰਨ ਸਿੰਘ ਦਾ ਪੋਤਾ ਹੈ, ਤੇ ਮੈਂ ਕਿਸਾਨਾਂ ਲਈ ਮੇਰਾ ਦਾਦਾ ਕਰਦਾ ਰਿਹਾ, ਫਿਰ ਮੇਰਾ ਫਾਦਰ ਕਰਦਾ ਰਿਹਾ। ਉਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਘੱਟੋ ਘੱਟ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹ ਸਾਰੇ ਯੂਪੀ ਦੇ ਵਿੱਚ ਇੱਕ ਮਾਹੌਲ ਉਸ ਲੈਵਲ ਦਾ ਪੈਦਾ ਕਰਨ, ਕ੍ਰੀਏਟ ਕਰਨ, ਤਾਂ ਕਿ ਇੱਕ ਦਬਾਅ ਹੋਰ ਵੱਡੇ ਪੱਧਰ 'ਤੇ ਬਣੇ। ਜੀ ਹਮੀਰ ਜੀ, ਲਖੀਮਪੁਰ ਘਟਨਾ ਨੂੰ ਹਲੇ 4 ਦਿਨ ਹੀ ਹੋਏ ਨੇ। ਅੱਜ ਅੰਬਾਲਾ ਦੇ ਵਿੱਚ ਵੀ ਇੱਕ ਘਟਨਾ ਅਜਿਹੀ ਵਾਪਰੀ ਹੈ ਵੀ ਕਿ ਭਾਜਪਾ ਦੇ ਜਿਹੜਾ ਸੰਸਦ ਮੈਂਬਰ ਦੀ ਗੱਡੀ ਹੈਗੀ ਆ, ਕਿਸੇ ਕਿਸਾਨ ਆਗੂ ਨੂੰ ਕੁਚਲਦੀ ਦਿਖਾਈ ਦਿੱਤੀ ਹੈ। ਇੱਕ ਤਾਂ ਉਹ ਮਾਮਲਾ ਕੀ ਸੀ, ਇਸ ਦੇ ਨਾਲ ਹੀ ਅਸੀਂ ਜਾਣਨਾ ਚਾਹਾਂਗੇ ਸੰਯੁਕਤ ਕਿਸਾਨ ਮੋਰਚੇ ਦਾ ਹੁਣ ਤੱਕ ਦੇ ਜਿਹੜਾ, ਚਾਹੇ ਲਖੀਮਪੁਰ ਘਟਨਾ ਹੋਵੇ ਚਾਹੇ ਅੰਬਾਲੇ ਵਾਲੀ ਘਟਨਾ ਹੋਵੇ, ਇਸ 'ਤੇ ਕਿਸ ਤਰ੍ਹਾਂ ਸਟੈਂਡ ਦੇਖਣ ਨੂੰ ਮਿਲ ਰਿਹਾ? ਹਾਂ ਬਿਲਕੁਲ, ਇੱਕ ਤਾਂ ਅਪਰੋਚ ਹੈ ਜਿਹੜਾ ਸੱਤਾ ਦਾ ਨਸ਼ਾ ਹੁੰਦਾ, ਲੱਗਦਾ BJP ਦੇ ਸਾਰਿਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ, ਇਕੱਲੇ ਇੱਕ ਦੇ ਨਹੀਂ। ਔਰ ਕਿਉਂਕਿ ਇਹਦੀ ਜਿਹੜੀ ਹਾਈ ਕਮਾਂਡ ਹੈ, ਸੋ ਕਾਲਡ ਹਾਈ ਕਮਾਂਡ,
ਉਹ ਨੋਟਿਸ ਨਹੀਂ ਲੈ ਰਹੀ ਹੈ ਨਾ ਖੱਟਰ ਦੇ ਉਹ ਬਿਆਨਬਾਜ਼ੀ ਦਾ ਨੋਟਿਸ ਲਿਆ ਜਿਹੜਾ ਲੋਕਾਂ ਨੂੰ ਪੜ੍ਹਾ ਕੇ ਮਾਰਨਾ ਚਾਹੁੰਦਾ ਹੈ। ਜਿਹੜਾ ਇੱਕ ਕੌਣ ਨੇ ਉਹ ਲੋਕ ਉਹੀ ਨੇ ਨਾ ਜਿਹੜੇ ਸਾਰੇ ਸਾਡੇ ਦੇਸ਼ ਦੇ ਨਾਗਰਿਕ ਨੇ। ਇੱਕ ਧਿਰ ਨੂੰ ਤੁਸੀਂ ਕਹਿੰਦੇ ਹੋ 500 700 1000 ਇਕੱਠੇ ਕਰੋ, ਹਰੇਕ ਏਰੀਏ 'ਚ ਇਕੱਠੇ ਕਰਕੇ ਲੱਠ ਚੱਕ ਲਓ, ਜੈਸੇ ਕੋ ਤੈਸਾ ਕਰੋ, ਜੇਲ੍ਹ ਵੀ ਚਲੇ ਜਾਓਗੇ, ਵੱਡੇ ਲੀਡਰ ਬਣ ਕੇ ਆਓਗੇ। ਜਦੋਂ ਇਹ ਕਰਦੇ ਹੋ ਤੇ ਤੁਸੀਂ ਉਹਦੇ ਤੇ ਖਾਮੋਸ਼ ਹੋ, ਕੋਈ ਬਿਆਨ ਤੱਕ ਨਹੀਂ ਆਉਂਦਾ ਕਿਸੇ ਵੀ ਰੂਪ ਦੇ ਵਿੱਚ, ਤਾਂ ਇਹਨੂੰ ਕੀ ਮੰਨਿਆ ਜਾਏਗਾ? ਇਹਨੂੰ ਮੰਨਿਆ ਜਾਏਗਾ ਕਿ ਤੁਹਾਡੀ ਓਵਰਆਲ ਪਾਲਿਸੀ ਹੈ। ਫਿਰ ਦੂਜੇ ਪਾਸੇ ਜਿਹੜਾ ਲਖੀਮਪੁਰ ਦੀ ਘਟਨਾ ਸਮੇਤ ਤੇ ਬਾਕੀ ਦੀਆਂ ਘਟਨਾਵਾਂ ਨੇ, ਉੱਥੇ ਜੇ ਕੋਈ ਬੋਲਦਾ ਹੈ, ਉਹਦੇ ਤੇ ਬੋਲਿਆ ਵਰੁਣ ਗਾਂਧੀ, ਤੇ ਵਰੁਣ ਗਾਂਧੀ ਤੇ ਉਹਦੀ ਮਾਤਾ ਜਿਹੜੀ ਪਹਿਲਾਂ ਯੂਨੀਅਨ ਮਿਨਿਸਟਰ ਤੱਕ ਰਹੀ ਹੈ, ਲੰਬੇ ਸਮੇਂ ਤੋਂ ਬੀਜੇਪੀ ਨਾਲ ਚੱਲ ਰਹੀ ਹੈ, ਗਾਂਧੀ ਪਰਿਵਾਰ ਦੇ ਵਿੱਚੋਂ ਹੀ ਹੈ, ਸੰਜੇ ਗਾਂਧੀ ਦੀ ਵਾਈਫ ਹੈ ਤੇ ਮੁੰਡਾ, ਉਹਨਾਂ ਦੋਨਾਂ ਨੂੰ ਅੱਜ ਬੀਜੇਪੀ ਦੀ ਨੈਸ਼ਨਲ ਕੌਂਸਲ ਤੋਂ ਕੱਢ ਦਿੱਤਾ ਗਿਆ, ਵਾਪਸ ਲੈ ਲਿਆ। ਜਿਹੜੀ 80 ਮੈਂਬਰੀ ਕੀਤੀ ਪਹਿਲੀ ਵਾਰ ਉਹ ਦੋਨੋਂ ਡਰੋਪ ਕਰ ਦਿੱਤੇ ਗਏ ਨੇ, ਨਵੀਂ ਆਏ, ਕਿਉਂਕਿ ਕਾਰਨ ਇਹ ਹੈ ਕਿ ਸ਼ਾਇਦ ਉਹ ਕਿਉਂ ਬੋਲ ਰਹੇ ਨੇ ਜਾਂ ਇਹਦੇ ਮਾਮਲੇ 'ਚ ਇਹ ਫਿਰ ਇਹਦੇ 'ਚੋਂ ਨਜ਼ਰ ਕੀ ਆਉਂਦਾ? ਜਦੋਂ ਤੁਸੀਂ ਇਨਸਾਫ ਬਾਰੇ ਵੀ ਬੋਲਣਾ ਹੈ, ਆਪਣੀ ਪਾਰਟੀ 'ਚ ਵੀ ਬੋਲਣਾ ਹੈ, ਤਾਂ ਉਹ ਪਾਰਟੀ ਦਾ ਨਜ਼ਰੀਆ ਕੀ ਹੈ? ਨਹੀਂ ਤਾਂ ਉਹਦੇ 'ਚ ਉਹ ਸ਼ਾਬਾਸ਼ ਕਹਿਣੀ ਚਾਹੀਦੀ ਹੈ ਜੇ ਪਾਰਟੀ ਇਨਸਾਫ ਚਾਹੁੰਦੀ ਹੋਵੇ। ਉਹਦਾ ਕੋਈ ਕਰਿੰਦੇ, ਉਹਦੇ ਕੋਈ ਵਰਕਰ, ਉਹਦੇ ਕੋਈ ਲੀਡਰ ਗਲਤੀ ਕਰਨ ਤਾਂ ਗਲਤੀ ਤਾਂ ਸੁਧਰਦੀ ਹੁੰਦੀ ਆ, ਉਹ ਆਪਣੇ ਨੂੰ ਕਹਿਣ ਕਿ ਤੂੰ ਗਲਤ ਕਰ ਰਿਹਾ। ਬੀਜੇਪੀ ਕੀ ਕਰ ਰਹੀ ਹੈ ਜਾਂ ਉਹਦੀਆਂ ਸਰਕਾਰਾਂ ਕੀ ਕਰ ਰਹੀਆਂ ਨੇ? ਜਿਹੜਾ ਗਲਤ ਕਰਦਾ, ਹਿੰਸਾ ਭੜਕਾਉਣ ਦੀ ਗੱਲ ਕਰਦਾ, ਉਹਨੂੰ ਥਾਪੀ ਦੇ ਰਿਹਾ, ਅਹੁਦੇ ਬਖਸ਼ ਰਹੇ ਨੇ, ਤੇ ਜਿਹੜੇ ਇਨਸਾਫ ਦੀ ਗੱਲ ਕਰਦੇ ਨੇ, ਕਈਆਂ ਨੇ ਕੀਤੀ ਹੈ ਤਾਂ ਖੁੱਡੇ ਲੈ ਨਹੀਂ ਨੇ। ਤੇ ਚੌਧਰੀ ਬਰਿੰਦਰ ਸਿੰਘ ਹੈ, ਕੇਂਦਰੀ ਮੰਤਰੀ ਰਿਹਾ, ਜਾਂ ਉਹ ਗੱਲ ਕਰਦਾ ਕਿ ਇਨਸਾਫ ਦੀ ਗੱਲ ਹੈ, ਗੱਲ ਕਰੋ, ਤੇ ਉਹਦੀ ਕੋਈ ਸੁਣਵਾਈ ਉਸ ਲੈਵਲ 'ਤੇ ਨਹੀਂ ਹੈ। ਤੇ ਉਹਨੇ ਵੀ ਕਿਹਾ, ਜਿਹੜਾ ਸਵਾਮੀ ਹੈ, ਕਿ ਕੁਛ ਕਰੋ, ਜਾਂ ਜਿਹੜਾ ਇੱਕ ਰਾਜਪਾਲ ਹੈ ਮਲਿਕ, ਉਹਨੇ ਕਿਹਾ ਕਿ ਇਹਦੇ 'ਤੇ ਕੁਛ ਕਰੋ। ਕੁਝ ਲੀਡਰ ਨੇ ਬੀਜੇਪੀ ਦੇ ਜਿਨ੍ਹਾਂ ਨੇ ਇੱਕ ਧਿਰ ਜਿਹੜੇ ਦਿਖਾਈ ਦੇ ਰਹੇ ਨੇ, ਜਿਹੜੇ ਥੋੜ੍ਹਾ ਜਿਹਾ ਇਨਸਾਫ 'ਤੇ ਕਹਿੰਦੇ ਨੇ, ਪਰ ਉਹਨਾਂ ਦੀ ਬੁੱਕਤ ਪਾਰਟੀ ਅੰਦਰੋਂ ਤੇ ਸਰਕਾਰਾਂ 'ਚੋਂ ਤੁਸੀਂ ਖਤਮ ਕਰ ਰਹੇ ਹੋ ਇੱਕ ਤਰੀਕੇ ਦੀ। ਇਹ ਐਟੀਚਿਊਡ ਹੈ। ਹੁਣ ਇਸੇ ਐਟੀਚਿਊਡ ਦੇ ਖਿਲਾਫ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਸਟੈਂਡ ਲੈਣਾ ਹੈ, ਤੇ ਕੱਲਾ ਮੈਨੂੰ ਇਹ ਲੱਗਦਾ ਹੁੰਦਾ ਕਿ ਕੱਲਾ ਸਾਰਾ ਬੋਝ ਸੰਯੁਕਤ ਕਿਸਾਨ ਮੋਰਚੇ ਦਾ। ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਲਖੀਮਪੁਰ ਘਟਨਾ ਤੇ ਕਰਨਾਲ ਤੇ ਵੀ ਸੰਯੁਕਤ ਕਿਸਾਨ ਮੋਰਚੇ ਨੇ ਕਿੱਡਾ ਵੱਡਾ ਐਜੀਟੇਸ਼ਨ ਲੜੀ, ਤੇ ਇਸੇ ਤਰ੍ਹਾਂ ਵੱਖ-ਵੱਖ ਥਾਵਾਂ ਤੇ ਜਿੱਥੇ ਵੀ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਉੱਥੇ ਐਜੀਟੇਸ਼ਨ ਲੜ ਕੇ ਪਰਚੇ ਕਿਸਾਨਾਂ ਦੇ ਵਾਪਸ ਕਰਾ ਕੇ, ਦੂਜਿਆਂ ਤੇ ਪਰਚਾ ਦਰਜ ਜਾਂ ਜਾਂਚ ਕਰਾ ਕੇ, ਉਹ ਸਾਰੀਆਂ ਗੱਲਾਂ ਸਭ ਦੇ ਸਾਹਮਣੇ ਨੇ। ਹੁਣ ਇੱਥੇ ਵੀ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਨੇ, ਅੱਜ ਵੀ ਜਿਹੜਾ ਉਹ ਸੈਣੀ ਦੀ ਜਿਹੜੀ ਗੱਡੀ ਸੀ, ਉਹ ਮੁੰਡਾ ਬਚ ਗਿਆ, ਜੰਗ ਮੁੰਡਾ ਸੀ ਉਹ ਵੀ, ਜਿਹਦੇ ਤੇ ਚੜ੍ਹਦੀ ਬਚੀ, ਜਿਹਨੂੰ ਹਸਪਤਾਲ ਜਾਣਾ ਪਿਆ, ਟ੍ਰੀਟਮੈਂਟ ਕਰਾਉਣ ਲੈਣਾ ਪਿਆ। ਤੇ ਜਿਸ ਤਰੀਕੇ ਨਾਲ ਉਹ ਚਲਾ ਰਹੇ ਨੇ ਗੱਡੀ, ਨਹੀਂ ਤਾਂ ਅਗਲਾ ਕਹਿੰਦਾ ਵੀ ਇੰਨੇ ਵੱਡੇ ਕਿਸਾਨਾਂ ਦਾ ਇੱਕ ਕਾਫਲਾ ਖੜਾ ਹੈ, ਐ ਮਾਰਾਂਗੇ, ਕੱਲ੍ਹ ਨੂੰ ਦੰਗਾ ਭੜਕ ਸਕਦਾ ਹੈ, ਮੇਰੇ ਵੀ ਕੱਲ੍ਹ ਨੂੰ। ਫਿਰ ਤੁਸੀਂ ਕਹੋਗੇ ਜੇ ਇੱਕ ਤੇ ਚੜ੍ਹ ਜਾਂਦੀ, ਮਤਲਬ ਪੂਰੀ ਬੰਦਾ ਮਰ ਜਾਂਦਾ ਜਾਂ ਕੁਛ ਜ਼ਿਆਦਾ ਫੱਟੜ ਹੁੰਦਾ, ਤਾਂ ਕੀ ਕਰਦੇ ਕਿਸਾਨ? ਛੱਡਣ ਪਰਵੋ ਕੇ ਹੋਏ ਉਹ ਗੱਡੀ ਨੂੰ ਫੂਕਦੇ ਜਾਂ ਕੁਛ ਵੀ ਕਰਦੇ ਨਾ। ਕੀ ਚਾਹੁੰਦੇ ਹੋ ਤੁਸੀਂ ਉਹਨਾਂ ਤੋਂ? ਉਹਨੂੰ ਪਤਾ ਹੈ ਕਿ ਤੁਸੀਂ ਤਾਂ ਇਨਸਾਫ ਨਹੀਂ ਦੇ ਰਹੇ, ਤਾਂ ਮੈਂ ਕੀ ਕਰਾਂ? ਫਿਰ ਉਸ ਲੈਵਲ ਦੀਆਂ ਗੱਲਾਂ 'ਚ ਇਹ ਸਾਰਾ ਮਾਮਲਾ ਉਸ ਪਾਸੇ ਜਾ ਰਿਹਾ। ਔਰ ਜਿਹੜੇ ਲੋਕ ਇਹ ਕਹਿੰਦੇ ਸੀ, ਔਰ ਉਹਨਾਂ ਨੇ ਮਤਲਬ ਲਖੀਮਪੁਰ ਨੂੰ ਵੀ ਜਿਸ ਸਿਆਣਪ ਨਾਲ ਮੈਨੂੰ ਲੱਗਦਾ ਕਿਸਾਨ ਮੋਰਚੇ ਨੇ ਨਿਪਟਿਆ ਜਾਂ ਅੱਗੇ ਦੀ ਗੱਲ ਤੋਰਨ ਦੀ ਗੱਲ ਕੀਤੀ ਹੈ, ਇਹ ਮੈਚੋਰਿਟੀ ਹੈ ਲੀਡਰਸ਼ਿਪ ਦੀ। ਉਹਨਾਂ ਨੂੰ ਇਹ ਪਤਾ ਸੀ ਕਿ ਬੀਜੇਪੀ ਯੂਪੀ ਦੇ ਵਿੱਚ ਹਿੰਦੂ ਸਿੱਖ ਬਣਾਉਣਾ ਚਾਹੁੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਜੇ ਉਹ ਉੱਥੇ ਜਾਮ ਲਵਾਉਂਦੇ ਉਸੇ ਟਾਈਮ ਦੇ ਵਿੱਚ ਇੱਧਰੋਂ ਉੱਧਰੋਂ, ਤੇ ਉਹ ਤਾਂ ਗੁੰਡਾਗਰਦੀ ਕਰਦਾ ਹੀ ਹੈ। ਜਿਹੜਾ ਬੰਦਾ ਕਹਿੰਦਾ ਤੁਸੀਂ ਮੇਰੇ ਬਾਰੇ ਜਾਣਦੇ ਨਹੀਂ ਹੋ, ਮੈਂ ਇਕੱਲਾ MP ਤੇ ਇਕੱਲਾ MLA ਨਹੀਂ ਹਾਂ, ਮੈਂ ਹੋਰ ਵੀ ਬਹੁਤ ਕੁਛ ਹਾਂ, ਉਹਦੇ ਕੋਲ ਤਾਂ ਟ੍ਰੇਡ ਗੁੰਡੇ ਵੀ ਹੋਣਗੇ ਕਿਤੇ ਨਾ ਕਿਤੇ। ਫਿਰ ਹਜੂਮ 'ਚ ਥੋੜ੍ਹਾ ਬਹੁਤ, ਜੇ ਹਜੂਮ 'ਚ ਹਿੰਸਾ ਭੜਕ ਜੇ ਕਦੇ, ਦੋ ਬੰਦੇ ਵੀ ਆਪਸ 'ਚ ਮਰ ਜਾਣ, ਤਾਂ ਫਿਰ ਕਈ ਵਾਰ ਚੰਗੇ ਭਾਈਚਾਰਕ ਤੌਰ 'ਤੇ ਰਹਿੰਦੇ ਬੰਦਿਆਂ ਦੇ ਵਿੱਚ ਵੀ ਕਦ ਇੰਨੀ ਵੱਡੀ ਫਿੱਕ ਪੈ ਜਾਂਦੀ ਹੈ। ਜਿਹੜੀ ਮੋਰਚੇ ਦੀ ਪ੍ਰਾਪਤੀ ਹੈ ਕਿ ਜੇ ਉਹਨੇ ਯੂਪੀ ਦੇ ਵਿੱਚ ਉਹ ਟਕਰਾਅ ਘਟਾਇਆ ਜਾਤਾਂ ਦੇ ਦਰਮਿਆਨ, ਧਰਮਾਂ ਦੇ ਦਰਮਿਆਨ, ਸਗੋਂ ਇਕੱਠਾ ਕੀਤਾ, ਤਾਂ ਉਹਨੂੰ ਬਹੁਤ ਵੱਡੀ ਸੱਟ ਵੱਜਣੀ ਸੀ। ਅਗਲੀ ਗੱਲ ਜਿਹੜੇ ਕਹਿੰਦੇ ਨੇ ਸਮਝੌਤਾ ਗਲਤ, ਇਹ ਸਮਝੌਤਾ ਹੈ ਹੀ ਨਹੀਂ। ਇਹ ਕੇਵਲ ਤੇ ਕੇਵਲ ਕੁਝ ਕੂਟਨੀਤਿਕ ਤੌਰ 'ਤੇ ਇੱਕ ਲੈਵਲ ਦਾ ਇੱਕ ਸਟੈਪ ਹੈ ਇਸ ਪਾਸੇ ਵੱਲ ਕਿ ਮੋਰਚੇ ਨੂੰ ਅੱਗੇ ਅੰਦੋਲਨ ਕਿਵੇਂ ਵਧਾਉਣਾ ਹੈ। ਜਿਹੜੇ ਬੰਦਿਆਂ ਦੀਆਂ ਲਾਸ਼ਾਂ ਪਈਆਂ ਸੀ, ਜਿਹੜੇ ਪਰਿਵਾਰ ਦੇ ਬੱਚੇ ਪਏ ਸੀ, ਬੰਦੇ ਪਏ ਸੀ, ਉਹ ਕਿੰਨਾ ਦਿਨ ਰੱਖ ਸਕਦੇ ਸੀ ਇਸ ਤਰੀਕੇ ਦੇ ਨਾਲ ਡੈੱਡ ਬਾਡੀਜ਼ ਨੂੰ? ਉਹਨਾਂ ਦੀ ਕਰਮੇਸ਼ਨ ਤਾਂ ਹੋਣੀ ਸੀ ਨਾ। ਤੇ ਉਸ ਕਰਮੇਸ਼ਨ ਦੇ ਲਈ ਉਹਨਾਂ ਨੇ ਕੀਤਾ। ਉਹਨਾਂ ਨੇ ਇਹ ਥੋੜ੍ਹੀ ਕਿਹਾ ਸਮਝੌਤਾ ਕੀ ਹੁੰਦਾ। ਸਮਝੌਤਾ ਹੁੰਦਾ ਕਿ ਤੁਸੀਂ ਸਾਨੂੰ 45 ਲੱਖ ਰੁਪਇਆ ਦੇਤਾ, 10 ਲੱਖ ਉਹਨੂੰ ਦੇਤਾ, ਇਲਾਜ ਦੇ ਪੈਸੇ ਦੇਤੇ, ਅੱਗੇ ਹੁਣ ਅਸੀਂ ਕੇਸ ਪਰਸੂ ਨਹੀਂ ਕਰਾਂਗੇ, ਹੁਣ ਆਪਣਾ ਸਮਝੌਤਾ ਹੈ। ਸਮਝੌਤਾ ਇਹ ਹੁੰਦਾ ਹੈ।
ਇਹ ਕੇਵਲ ਇਹ ਹੈ ਕਿ ਪਰਿਵਾਰ ਨੂੰ ਇੰਨਾ ਦੁਖੀ ਨਹੀਂ ਕਰ ਸਕਦੇ, ਪਰਿਵਾਰਾਂ ਦੀ ਸਹਿਮਤੀ ਦੇ ਨਾਲ ਤੇ ਆਪਾਂ ਇੱਕ ਸੰਸਕਾਰ ਕਰਾ ਲਿਆ। ਇਸ ਤੋਂ ਬਾਅਦ ਫਿਰ ਅਸੀਂ ਆਜ਼ਾਦ ਹੋ ਕੇ ਸੋਚਾਂਗੇ ਕਿ ਆਪਾਂ ਕਿਵੇਂ ਕਰਨਾ ਹੈ। ਔਰ ਉਹਦੇ 'ਚ ਇਹ ਨੰਬਰ 1 FIR ਉਹਦੇ ਵਿੱਚ ਹੈ, ਹਾਈ ਕੋਰਟ ਦੇ ਜੱਜ ਦੀ ਜਾਂਚ ਉਹਦੇ ਵਿੱਚ ਹੈ। ਹਾਈ ਕੋਰਟ ਦੇ ਵਿੱਚ ਮੰਤਰੀ ਦੇ ਮੁੰਡੇ ਦਾ ਪਹਿਲੇ ਦਰਜੇ ਦੇ ਅਪਰਾਧੀ ਮੁਲਜ਼ਮ ਦੇ ਤੌਰ ਦੇ ਉੱਤੇ ਨਾਮ ਦਰਜ ਹੈ ਤੇ ਮੰਤਰੀ ਤੋਂ ਅਸਤੀਫੇ ਦੀ ਗੱਲ ਹੈ ਜੀ। ਤੇ ਇਸੇ ਗੱਲ ਨੂੰ ਜਦੋਂ ਇੱਕ ਹੋਰ ਮੰਤਰੀ ਨੇ ਕੱਲ ਕਿਹਾ ਉਹਨਾਂ ਦੇ ਨੇ ਕਿ ਜੀ ਤੁਸੀਂ ਉਹ ਕਰ ਲਓ, ਤਾਂ ਟਕਿਆ ਤੇਰੇ ਸਿੱਧਾ ਕਿਹਾ ਤੁਸੀਂ ਖਾਤਾ ਦੱਸ ਦਿਓ, ਪੈਸੇ ਵਾਪਸ ਲੈ ਲਓ। ਕੱਲਾ ਇੰਨਾ ਸਵਾਲ ਨਹੀਂ ਹੈ, ਸਵਾਲ ਇਨਸਾਫ ਦਾ ਹੈ। ਤੇ ਅਸੀਂ ਜਿਹੜਾ ਉਹਨਾਂ ਦਾ ਇੱਕ ਸਾਂਝੇ ਤੌਰ ਦੇ ਉੱਤੇ ਮਤਲਬ ਅਰਦਾਸ ਸਮਾਗਮ ਹੋਏਗਾ, ਘਰ 'ਚ ਆਪਣਾ ਆਪਣਾ ਭੋਗ ਪਾ ਲੈਣਗੇ। ਸੰਯੁਕਤ ਮੋਰਚੇ ਵੱਲੋਂ ਇੱਕ ਸਾਂਝਾ ਵੱਡਾ ਇਕੱਠ ਹੋਏਗਾ, ਉਹ ਚਲਾਨ ਕਰਾਂਗੇ ਅੱਗੇ ਕੀ ਕਰਨਾ ਹੈ ਇਸ ਸਾਰੇ ਮਾਮਲੇ ਦੇ ਵਿੱਚ। ਔਰ ਉਹ ਮੇਰਾ ਖਿਆਲ ਹੈ ਇੱਕ ਉਸ ਪੱਧਰ 'ਤੇ ਇੱਕ ਹੋਏਗਾ। ਪਰ ਇਹਦੇ ਨਾਲ ਮੈਨੂੰ ਇੱਕ ਗੱਲ ਲੱਗਦੀ ਹੈ ਕਿ ਜਿਹੜੀ ਜ਼ਿਆਦਤੀਆਂ ਹੁੰਦੀਆਂ ਨੇ ਸਮਾਜ ਦੇ ਉੱਤੇ, ਜੇ ਰੌਂਦ ਤੇ ਐਡੀਆਂ ਵੀਡੀਓ ਆ ਗਈਆਂ, ਤਾਂ ਜਿਹੜੇ ਦਿੱਲੀ ਦੇ ਜੰਤਰ ਮੰਤਰ ਤੇ ਸਿਵਲ ਸੁਸਾਇਟੀ ਝੰਡੇ ਲੈ ਕੇ ਦੂਜੇ ਕੇਸਾਂ 'ਚ ਪਹੁੰਚ ਜਾਂਦੀ ਆ, ਉਹ ਕਿੱਥੇ ਆ? ਬਾਕੀ ਦੇ ਲੋਕ ਕਿੱਥੇ ਨੇ? ਕਿਸਾਨ ਮਰ ਗਿਆ, ਕਿਸਾਨ ਹੀ ਲੜੇ, ਬਾਕੀ ਸੁਸਾਇਟੀ ਕੀ ਕਰ ਰਹੀ ਹੈ ਜੇ ਬੇਇਨਸਾਫੀ ਹੈ? ਤੁਹਾਡੇ ਲਈ ਤਾਂ ਫਿਰ ਵੀ ਕਿਸਾਨ ਖੜਾ ਹੁੰਦਾ ਕਿ ਜਦ ਤੁਹਾਡੇ ਕਿਸੇ ਦੇ ਵੀ ਕੋਈ ਆਉਂਦੀ ਆ ਤਾਂ ਉਹ ਫਿਰ ਵੀ ਗੁਜ਼ਾਰਾ ਕਰ ਦਿੰਦਾ ਤੁਹਾਡੇ ਪੱਖ 'ਚ, ਫਿਰ ਵੀ ਉਹ ਉਸ ਲੈਵਲ 'ਤੇ ਗੱਲਾਂ ਕਰ ਦਿੰਦਾ, ਕਦੇ ਕਿਸੇ ਨੂੰ ਸਮਰਪਿਤ, ਕਿਸੇ ਨੂੰ ਸਮਰਪਿਤ, ਕਿਸੇ ਨੂੰ। ਇਸ ਲਈ ਬਾਕੀ ਸਿਵਲ ਸੁਸਾਇਟੀ ਦੇ ਤੇ ਬਾਕੀ ਵਰਗਾਂ ਦੇ ਅੰਦਰ ਵੀ ਥੋੜ੍ਹੀ ਰੂਹ ਨੂੰ ਤਕਲੀਫ ਦੇਣੀ ਪੈਣੀ ਹੈ ਕਿ ਨਹੀਂ, ਜਦੋਂ ਐਡੇ ਵੱਡੇ ਵਰਗਾਂ ਦੇ ਖਿਲਾਫ ਇਹ ਕੁਝ ਹੋ ਸਕਦਾ, ਤੁਹਾਨੂੰ ਤਾਂ ਜਦ ਮਰਜੀ ਤੁਹਾਡੇ ਖਿਲਾਫ ਤਾਂ ਹੋ ਸਕਦਾ, ਤੁਹਾਨੂੰ ਕਿਸੇ ਨੇ ਨਹੀਂ ਛੱਡਣਾ ਉਸ ਪੱਧਰ ਦੇ ਉੱਤੇ। ਇਸ ਲਈ ਆਉਣ ਦੀ ਹੋਲ ਜੇਕਰ ਇਹ ਦੇਸ਼ ਵਧੀਆ ਬਣਨਾ ਹੈ, ਜੇ ਇੱਥੇ ਮੁਹੱਬਤ ਦਾ ਪੈਗਾਮ ਆਉਣਾ ਹੈ, ਤਾਂ ਉਹ ਸਾਰੇ ਲੋਕਾਂ ਦੇ ਤਰੱਦਦ ਨਾਲ ਆਏਗਾ। ਉਹ ਇਕੱਲੇ ਜਾਂ ਇੱਕ ਵਰਗ ਅੱਜ ਇੱਕ ਇੱਕ ਕਰਕੇ ਤਬਾਹ ਹੁੰਦੇ ਜਾਓ ਤਾਂ ਨਹੀਂ ਆਏਗਾ। ਤਾਂ ਸੱਤਾਧਾਰੀ ਨੂੰ ਨਸ਼ਾ ਹੋਰ ਚੜ੍ਹਦਾ ਜਾਂਦਾ ਹੈ ਕਿ ਬਹੁਗਿਣਤੀ ਆਪਣੇ ਨਾਲ ਹੈ, ਥੋੜ੍ਹੇ ਜਿਹੇ ਨੇ ਛੱਡੋ ਜੀ, ਆਪਾਂ ਕੀ ਲੈਣਾ, ਆਪਾਂ ਐਵੇਂ ਹੀ ਕਰਦੇ ਜਾਓ, ਲੋਕ ਤਾਂ ਮੇਰੇ ਨਾਲ ਨੇ। ਇਸੇ ਕਰਕੇ ਨੋਟਬੰਦੀ ਤੋਂ ਬਾਅਦ, ਇਸੇ ਕਰਕੇ UAPA ਤੋਂ ਬਾਅਦ, ਇਸੇ ਕਰਕੇ 370 ਤੋਂ ਬਾਅਦ, ਇਸੇ ਕਰਕੇ ਜਿੰਨੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ, ਜਦੋਂ ਲੋਕ ਵੋਟ ਪਾ ਕੇ ਕਹਿੰਦੇ ਨੇ ਕਿ ਅਸੀਂ ਤਾਂ ਤੇਰੇ ਨਾਲ ਆ, ਤਾਂ ਜਿਹੜਾ ਫੈਸਲਾ ਕਰਨ ਵਾਲਾ ਬੰਦਾ ਉਹ ਮੁੜ ਕੇ ਕਿਉਂ ਆਪਣੇ ਗਰੇਬਾਨ 'ਚ ਦੇਖੂਗਾ ਕਿ ਮੈਨੂੰ ਕੁਝ ਮੁੜ ਕੇ ਸੋਚਣਾ ਚਾਹੀਦਾ। ਕੋਈ ਘਰ ਵੀ ਉਦੋਂ ਹੀ ਵਸਦਾ ਜੇ ਦੇਸ਼ ਨੂੰ ਵੱਡਾ ਘਰ ਕਹਿੰਦੇ। ਜੇ ਤੁਹਾਡਾ ਬੱਚਾ ਜਾਂ ਕੋਈ ਬੰਦਾ ਗਲਤ ਕਰਕੇ ਆ ਜਾਂਦਾ, ਜੇ ਤੁਸੀਂ ਉਹਨੂੰ ਅਹਿਸਾਸ ਨਹੀਂ ਕਰਾਉਂਦੇ ਤੂੰ ਗਲਤ ਕਰਿਆ ਆ, ਉਹ ਅੱਜ ਚੋਰੀ ਕਰਦਾ, ਕੱਲ੍ਹ ਨੂੰ ਡਾਕੂ ਬਣ ਜਾਊਗਾ, ਡਾਕੂ ਤੋਂ ਬਾਅਦ ਕਾਤਲ ਬਣ ਜਾਊਗਾ। ਇਹੀ ਹਾਲ ਲੀਡਰਸ਼ਿਪ ਦਾ। ਜੇ ਲੀਡਰਸ਼ਿਪ ਕਾਤਲ ਬਣਦੀ ਹੋ ਜਾ ਰਹੀ ਹੈ ਉਸ ਪਾਸੇ ਵੱਲ, ਜਦੋਂ ਤੁਸੀਂ ਕਤਲ ਨੂੰ ਸਹਿ ਦੇ ਰਹੇ ਹੋ, ਤੇ ਇਹ ਦੇਸ਼ ਦੇ ਵਿੱਚ ਤੁਸੀਂ ਆਪਣਾ ਦਫੜੀ ਦਾ ਮਾਹੌਲ ਪੈਦਾ ਕਰੋਗੇ। ਇਹਦੇ ਲਈ ਸਾਰੇ ਨਾਗਰਿਕਾਂ ਦੀ, ਸਾਰੇ ਵਰਗਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਠੀਕ ਲੀਹ 'ਤੇ ਲਿਆਉਣ ਦੇ ਵਾਸਤੇ ਸਰਕਾਰਾਂ ਨੂੰ ਆਪਣੀ ਆਵਾਜ਼ ਇਕੱਠੇ ਤੌਰ 'ਤੇ ਬੁਲੰਦ ਕਰਨ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਵੀ ਕਿ ਵੱਖ-ਵੱਖ ਵਰਗ ਦੇ ਲੋਕਾਂ ਨੂੰ ਜਿਹੜਾ ਹੈ ਅੱਜ ਦੇ ਮੌਜੂਦਾ ਸਮੇਂ 'ਚ ਇਕੱਠੇ ਹੋਣ ਦੀ ਲੋੜ ਹੈ, ਤਾਂ ਜੋ ਸਰਕਾਰ ਦੀ ਕਾਰਗੁਜ਼ਾਰੀ ਦੇ ਖਿਲਾਫ ਲੋੜ ਪੈਣ 'ਤੇ ਇਕੱਠੇ ਹੋ ਕੇ ਜਿਹੜੀ ਆਵਾਜ਼ ਬੁਲੰਦ ਕੀਤੀ ਜਾ ਸਕੇ ਤੇ ਸਰਕਾਰ ਨੂੰ ਸਰਕਾਰਾਂ ਦੀ ਗਲਤੀ ਜਿਹੜੀ ਹੈ ਉਹਦਾ ਅਹਿਸਾਸ ਕਰਵਾਇਆ ਜਾ ਸਕੇ ਵੀ ਕਿ ਤੁਸੀਂ ਇੱਥੇ ਗਲਤ ਹੋ ਤੇ ਤੁਹਾਨੂੰ ਆਪਣੇ ਡਿਸੀਜਨ ਜਿਹੜੇ ਫੈਸਲੇ ਬਦਲਣੇ ਪੈਣਗੇ। ਹੁਣ ਹੋਵੇਗਾ ਕਿ ਲੋਕ ਕਿੰਨੇ ਕੁ ਇਕੱਠੇ ਹੋਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।